ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, ਐਲਡੀਡੀ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ। ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੋ ਵੱਖ-ਵੱਖ ਜੌਬ ਓਰੀਐਂਟਡ ਪੇਪਰ ਹੁੰਦੇ ਆ ਉਹਨਾਂ ਦੀ ਤਿਆਰੀ ਕਰ ਰਹੇ ਹਾਂ। ਭਗਤੀ ਸਾਹਿਤ, ਭਗਤੀ ਲਹਿਰ, ਭਗਤੀ ਮੱਤ ਤੇ ਪ੍ਰਮੁੱਖ ਭਗਤ ਕਵੀ, ਇਹਨਾਂ ਵਿਸ਼ਿਆਂ ਨੂੰ ਲੈ ਕੇ ਆਪਾਂ ਵੱਖ-ਵੱਖ ਜੋ ਲੈਕਚਰ ਸੁਣੇ ਨੇ ਉਹਨਾਂ ਦਾ ਅਗਲਾ ਪੜਾਅ ਇਸ ਲੜੀ ਦੀ ਅਗਲੀ ਕੜੀ ਨੇ ਭਗਤ ਪੀਪਾ ਜੀ। ਅੱਜ ਆਪਾਂ ਭਗਤ ਪੀਪਾ ਜੀ ਬਾਰੇ ਪਹਿਲਾਂ ਗੱਲ ਕਰਾਂਗੇ। ਆਓ ਉਹਨਾਂ ਸੰਬੰਧੀ ਕੁਝ ਬਹੁਤ ਜ਼ਰੂਰੀ ਤੇ ਢੁਕਵੇਂ ਜਿਹੜੇ ਨੁਕਤੇ ਨੇ ਉਹਨਾਂ ਨੂੰ ਵਾਚਦੇ ਹਾਂ ਅੱਜ ਦੇ ਵਿਸ਼ੇ ਦੇ ਵਿੱਚ। ਭਗਤ ਪੀਪਾ ਜੀ ਦਾ ਜਨਮ ਜਿਹੜਾ ਆ ਇਹ ਮੰਨਿਆ ਜਾਂਦਾ ਆ ਕਿ 1406 ਸੰਮਤ ਨੂੰ ਹੋਇਆ। ਕੁਝ ਇਹ ਇਤਿਹਾਸਕਾਰ ਕਹਿੰਦੇ ਆ ਕਿ 1406 ਸੰਮਤ ਨੂੰ ਹੋਇਆ। ਜੇ ਆਪਾਂ ਈਸਵੀ ਵੇਖੀਏ ਤਾਂ 1349 ਈਸਵੀ ਬਣਦੀ ਆ। ਇਸੇ ਤਰ੍ਹਾਂ ਹੀ ਕੁਝ ਇਤਿਹਾਸਕਾਰ ਜਿਹੜੇ ਨੇ ਉਹ 1482 ਸੰਮਤ ਕਹਿੰਦੇ ਨੇ, ਜਿਹਦੇ ਅਕੋਰਡਿੰਗ 1425 ਈਸਵੀ ਨੂੰ ਭਗਤ ਪੀਪਾ ਜੀ ਦਾ ਜਨਮ ਹੋਇਆ। ਇਹ ਬਹੁਤਾ ਰੈਲੇਵੈਂਟ ਮੰਨਿਆ ਜਾਂਦਾ। ਠੀਕ ਹੈ ਜੀ, 1425-26 ਜਿਹੜਾ ਆ ਇਹ ਬਹੁਤਾ ਰੈਲੇਵੈਂਟ ਮੰਨਿਆ ਜਾਂਦਾ ਭਗਤ ਪੀਪਾ ਜੀ ਦਾ ਜਨਮ ਸਾਲ, ਜਾਂ ਇਹਨੂੰ ਸੰਨ ਵੀ ਕਹਿ ਸਕਦੇ ਹਾਂ। ਜਦੋਂ ਗੱਲ ਆਉਂਦੀ ਆ ਭਗਤ ਪੀਪਾ ਜੀ ਦੇ ਜਨਮ ਸਥਾਨ ਦੀ ਤਾਂ ਗਾਂਗਰੋਨਗੜ੍ਹ ਜ਼ਿਲ੍ਹਾ ਝਾਲਾਵਾੜ ਰਾਜਸਥਾਨ ਦੇ ਵਿੱਚ ਭਗਤ ਪੀਪਾ ਜੀ ਦਾ ਜਨਮ ਹੋਇਆ। ਇਹ ਉਹਨਾਂ ਦਾ ਜਨਮ ਸਥਾਨ ਆ ਗਾਂਗਰੋਨਗੜ੍ਹ। ਠੀਕ ਹੈ ਜੀ, ਝਾਲਾਵਾੜ ਜ਼ਿਲ੍ਹਾ ਆ ਤੇ ਸਟੇਟ ਹੈਗੀ ਆ, ਪ੍ਰਾਂਤ ਜਾਂ ਸੂਬਾ ਰਾਜਸਥਾਨ। ਠੀਕ ਹੈ ਜੀ, ਤੇ ਅਹੁਦਾ ਦੇਖੋ ਬਹੁਤ ਅਹਿਮ ਆ ਕਿ ਭਗਤ ਪੀਪਾ ਜੀ ਰਾਜਸਥਾਨ ਦੇ ਸ਼ਕਤੀਸ਼ਾਲੀ ਰਾਜਿਆਂ ਦੇ ਵਿੱਚੋਂ ਇੱਕ ਸੀਗੇ। ਰਾਜੇ ਸੀ, ਕਿੰਗ, ਆਪਣੇ ਸਮੇਂ ਦੇ ਰਾਜੇ ਸੀਗੇ ਉਹ। ਵੈਰੀ ਇੰਪੋਰਟੈਂਟ। ਤੇ ਇਸੇ ਤਰ੍ਹਾਂ ਹੀ ਭਗਤ ਪੀਪਾ ਜੀ ਦੇ ਗੁਰੂ ਭਗਤ ਰਾਮਾਨੰਦ ਜੀ ਨੇ। ਠੀਕ ਹੈ ਜੀ, ਬਹੁਤ ਫੇਮਸ ਆ ਭਗਤ ਰਾਮਾਨੰਦ ਜੀ, ਕਿਉਂਕਿ ਇਹਨਾਂ ਦੇ ਬਹੁਤ ਸਾਰੇ ਸ਼ਾਗਿਰਦ ਜਿਹੜੇ ਨੇ ਉਹ ਭਗਤ ਕਵੀ ਹੋਏ ਨੇ, ਜਿਨ੍ਹਾਂ ਬਾਰੇ ਆਪਾਂ ਵੱਖ-ਵੱਖ ਸਮੇਂ ਗੱਲ ਕਰਦੇ ਆਏ ਆ ਤੇ ਕਰ ਰਹੇ ਹਾਂ। ਭਗਤ ਪੀਪਾ ਜੀ ਦੀਆਂ ਰਾਣੀਆਂ 12 ਮੰਨੀਆਂ ਜਾਂਦੀਆਂ ਨੇ ਤੇ ਉਹਨਾਂ ਦੀ ਜਿਹੜੀ ਪ੍ਰਮੁੱਖ ਪਤਨੀ ਸੀਗੀ ਉਹ ਸੀ ਰਾਣੀ ਸੀਤਾ। ਇਹ ਬਹੁਤ ਅਹਿਮ ਆ, ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਸਵਾਲ ਕਿ ਭਗਤ ਪੀਪਾ ਜੀ ਦੀ ਜਿਹੜੀ ਸਭ ਤੋਂ ਪ੍ਰਮੁੱਖ ਜੋ ਉਹਨਾਂ ਦੀ ਆਗਿਆਕਾਰ ਪਤਨੀ ਸੀਗੀ ਉਹਦਾ ਨਾਮ ਸੀ ਰਾਣੀ ਸੀਤਾ। ਠੀਕ ਹੈ ਜੀ, ਤੇ ਇਸੇ ਤਰ੍ਹਾਂ ਹੀ ਭਗਤ ਪੀਪਾ ਜੀ ਦੀ ਸੰਤਾਨ ਦੀ ਗੱਲ ਕਰੀਏ ਤਾਂ ਦਵਾਰਕਾਨਾਥ, ਰਾਜਾ ਦਵਾਰਕਾਨਾਥ ਭਗਤ ਪੀਪਾ ਜੀ ਦੇ ਪੁੱਤਰ ਦਾ ਨਾਮ ਸੀ, ਉਹਨਾਂ ਦੀ ਸੰਤਾਨ ਸੀਗੀ। ਤੇ ਭਗਤ ਪੀਪਾ ਜੀ ਦੇ ਸਮਕਾਲੀ ਕਵੀ ਇਹਨਾਂ ਦੇ ਵਿੱਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਭਗਤ ਚੀਦੜ ਜੀ, ਟੋਡੇ ਗ੍ਰਾਮ ਦਾ ਰਾਜਾ ਸੂਰਜ ਸੇਨ ਆਦਿ ਜਿਹੜੇ ਨੇ ਉਹ ਭਗਤ ਪੀਪਾ ਜੀ ਦੇ ਸਮਕਾਲੀ ਹੋਏ ਨੇ। ਤੇ ਚੇਲਿਆਂ ਦੇ ਵਿੱਚ ਜੇ ਆਪਾਂ ਭਗਤ ਪੀਪਾ ਜੀ ਦੇ ਚੇਲਿਆਂ ਦੀ ਗੱਲ ਕਰੀਏ ਤਾਂ ਸੂਰਜ ਸੇਨ ਰਾਜਾ ਜਿਹੜਾ ਆ ਭਗਤ ਪੀਪਾ ਜੀ ਦਾ ਸ਼ਾਗਿਰਦ ਬਣ ਗਿਆ ਸੀ, ਉਹਨਾਂ ਦਾ ਚੇਲਾ ਬਣ ਗਿਆ ਸੀਗਾ। ਠੀਕ ਹੈ ਜੀ, ਤੇ ਅੱਗੇ ਤੁਰਦੇ ਹਾਂ। ਇਹ ਅਨੁਮਾਨ ਲਾਇਆ ਜਾਂਦਾ ਕਿ ਭਗਤ ਰਾਮਾਨੰਦ ਜੀ ਨੂੰ ਮਿਲਣ ਤੋਂ ਪਹਿਲਾਂ ਭਗਤ ਪੀਪਾ ਜੀ ਜਾਲਪਾ ਦੇਵੀ ਦੇ ਭਗਤ ਹੁੰਦੇ ਸੀਗੇ। ਜਾਲਪਾ ਦੇਵੀ ਦੇ ਭਗਤ ਮੰਨੇ ਜਾਂਦੇ ਆ, ਉਹ ਪਹਿਲਾਂ ਹੁੰਦੇ ਸੀ, ਇਹ ਕਿਹਾ ਜਾਂਦਾ ਆ। ਇਹਦਾ ਜੋ ਜ਼ਿਕਰ ਆ, ਇਸ ਗੱਲ ਦਾ ਉਲੇਖ ਜਿਹੜਾ ਆ ਉਹ ਅਨੰਤ ਦਾਸ ਨੇ ਆਪਣੀ ਪੀਪਾ ਪਰਚੀ ਵਿੱਚ ਵਿਸਥਾਰ ਸਹਿਤ ਕੀਤਾ ਆ। ਇਹ ਹਵਾਲਾ ਆ ਅੱਜ ਦਾ, ਇਹ ਹਵਾਲਾ ਤੁਸੀਂ ਨੋਟ ਕਰ ਸਕਦੇ ਹੋ ਕਿ ਅਨੰਤ ਦਾਸ ਨੇ ਆਪਣੀ ਪਰਚੀ ਪੀਪਾ ਪਰਚੀ ਦੇ ਵਿੱਚ ਇਸ ਗੱਲ ਦਾ ਉਲੇਖ ਕੀਤਾ ਆ। ਠੀਕ, ਅੱਗੇ ਤੁਰਦੇ ਆ ਫਿਰ। ਭਗਤ ਪੀਪਾ ਜੀ ਗਾਂਗਰੋਨਗੜ੍ਹ ਦੇ ਖੀਚੀ ਰਾਜਪੂਤ ਰਾਜਾ ਸੀ। ਖੀਚੀ ਰਾਜਪੂਤ ਰਾਜਾ ਸੀ ਭਗਤ ਪੀਪਾ ਜੀ। ਤੇ 1575 ਬਿਕਰਮੀ ਸੰਮਤ ਵਿੱਚ ਭਗਤ ਕਬੀਰ ਜੀ ਦੇ ਦੇਹ ਤਿਆਗ ਸਮੇਂ, ਮਤਲਬ ਇਸ ਸੰਸਾਰ ਨੂੰ ਛੱਡਣ ਸਮੇਂ, ਭਗਤ ਪੀਪਾ ਜੀ ਮਗਹਰ, ਜਿੱਥੇ ਭਗਤ ਕਬੀਰ ਜੀ ਦੀ ਇਸ ਦੁਨੀਆ ਤੋਂ ਫਾਨੀ ਸੰਸਾਰ ਨੂੰ ਛੱਡ ਕੇ ਜਦੋਂ ਗਏ ਸੀ, ਮਗਹਰ ਦੇ ਸਥਾਨ 'ਤੇ, ਇਹ ਕਾਸ਼ੀ ਦੇ ਨੇੜੇ ਆ, ਵਿੱਚ ਮੌਜੂਦ ਸਨ। ਇਹ ਮੰਨਿਆ ਜਾਂਦਾ ਕਿ ਜਦੋਂ ਭਗਤ ਕਬੀਰ ਜੀ ਨੇ ਇਹ ਦੁਨੀਆ ਛੱਡੀ ਉਸ ਵੇਲੇ ਭਗਤ ਪੀਪਾ ਜੀ ਵੀ ਉਸ ਪਿੰਡ ਦੇ ਵਿੱਚ ਮਗਹਰ ਦੇ ਵਿੱਚ ਮੌਜੂਦ ਸੀਗੇ। ਠੀਕ ਹੈ ਜੀ, ਤੇ ਭਗਤ ਪੀਪਾ ਜੀ ਦੇ ਨਾਂ ਨਾਲ ਅਨੇਕਾਂ ਸਾਖੀਆਂ ਜਿਹੜੀਆਂ ਆ ਉਹ ਜੋੜੀਆਂ ਜਾਂਦੀਆਂ ਆ।
बहुत सारिया साखियाँ इन्हां दे जीवन दे नाल भी संबंधित मिलदियां ने। ते श्री पीपा जी की बाणी नामक पुस्तक जिहड़ी आ वो काशी विखे प्रकाशित होई सी, पर हुण वो उपलब्ध नहीं हैगी, हुण वो सानू नहीं मिलदी। ठीक है जी। तो भगत पीपा जी दे 13 शब्द जां आपां पद कह सकते हैं। भगत पीपा जी दे 13 शब्द जां पद अते 12 साखियां दादू संस्कृत विद्याला जयपुर तो प्राप्त होए हन। ओके जी, ये अहम जानकारी आ कि पीपा भगत पीपा जी दे 13 शब्द जां आपां पद कह सकते हैं अते 12 साखियां दादू संस्कृत विद्याला जयपुर तो प्राप्त होए आ। जे आपां भगत पीपा जी की प्रमाणिक रचना की गल करिए तो गुरु ग्रंथ साहिब दे विच भगत पीपा जी का एक शब्द आ राग धनासरी दे विच सानूं मिलदा आ। भगत पीपा जी लिखते ने, बड़ा फेमस बड़ा मशहूर होया कि जो ब्रह्मंडे सोई पिंडे जो खोजे सो पावै। आओ आपां रंजीत की आवाज़ में सुनते हैं। धन धन साहिब श्री गुरु ग्रंथ साहिब जी अंग 695 धनासरी राग अंदर भगत पीपा जी का शब्द है। कायो देवा कायो देवल कायो जंगम जाति कायो धूप दीप नहीं बेदा कायो पूजो पाती काया बहु खंड खोजते नवनिध पाई ना कछाई बो ना कछ जाए बो राम की दुहाई रहाओ। जो ब्रह्मंडे सोई पिंडे जो खोजे सो पावे पीपा प्रणवै परम तत् है सतगुर होए लखावे। जो ब्रह्मंडे सोई पिंडे जो खोजे सो पावे पीपा प्रणवै परम तत् है सतगुर होए लखावे। प्यारे विद्यार्थियों, बहुत ही अहम विषय नूं लैके असीं बहुत हिम्मत ते मेहनत दे नाल चर्चा कर रहे हैं। भगत पीपा जी का पड़दादा जैतपाल जी नूं मन्निया जांदा आ ते जैतपाल जी उन्हां दे पड़दादा सी। इस तरह ही भगत पीपा जी का पोतरा अनंत दास सीगा। ठीक है जी, भगत पीपा जी का पोतरे का नाम अनंत दास मन्निया जांदा आ। ते भगत पीपा जी की बाणी जिहड़ी आ वो गुरु नानक देव जी ने भगत पीपा जी के पोतरे अनंत दास तो टोडा नगर विखे प्राप्त की सी। वैरी 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 इंपॉर्टेंट इस चीज़ का प्रमाण भी आ, हवाला नोट करो। अनंत दास द्वारा लिखी पर्ची का 25वां प्रसंग इस गल नूं सिद्ध करदा कि भगत पीपा जी की बाणी गुरु नानक देव जी ने अपन यात्रावां समय उन्हां दे पोतरे अनंत दास तो टोडा नगर विखे प्राप्त की सी। ठीक, आपां इहदे बारे थोड़ा जिहा होर जाणदे आ। तुसीं सुणो की लिखदा आ। जिस च अनंत दास ने लिखिया कि पंच नद पंजाब का पुराना नाम सीगा ये। पंच नद पंजाब तो एक नौजवान जोगी ने यह रचना उस पासों लई सी। ये अनंत दास ने अपनी पर्ची के 25वें प्रसंग दे विच लिखिया आ। ठीक है जी। तो प्यारे दोस्तों, बहुत सीमित जानकारी सानू भगतां दे बारे मिलती है। बहुत सारे भगतां बारे हले उन्नी खोज उन्नी सर्च उन्ना जो डूंघाई दे नाल सानू गहन अध्ययन करना चाहिए सी, साडे इतिहासकारां ने नहीं किया। उम्मीद है कि बहुत सारे दोस्त ये जो लैक्चर ने उन्होंने सुन के इस खेत्र वाल तुरनगे, आपां भी तुरांगे, आपां नूं भी हिम्मत करनी चाहिए आ, क्योंकि वो साडे इतिहास के बड़े वड्डे विद्वान लोग सी। साडा सजदा तो उन्होंने हुंदा ही आ। जदों आपां किसी भी गुरुद्वारे जाने जां जिथे भी पाठ हुंदा आ, जदों गुरु ग्रंथ साहिब अगे झुकदे आ तां वो सारे दे सारे बाणीकारां दे अगे साडा सिर झुकदा आ, उन्होंने असीं सजदा करदे आ। ये साडा दिलों सत्कार उन्हां वास्ते बनदा आ, पर खोज होनी भी नाल नाल बहुत जरूरी आ। भगत पीपा जी तो बाद आपां भगत धन्ना जी की गल करांगे। इन्हां दा भी बहुत वड्डा योगदान आ भगती लहर दे विच ते उन्हां दी बाणी बड़ी अहम आ। भगत धन्ना जी के गुरु का नाम भगत रामानंद जी आ, नोट कर लवो जी। तो भगत धन्ना जी का जन्म जिहड़ा आ वो 1415 या 16 ईस्वी नूं मन्निया जाता। 1415 ईस्वी नूं ते उन्हां दा जन्म स्थान खुआन, कई थावां ते सुआन लिखिया होया आ।
ਨਾਮਕ ਪਿੰਡ ਵਿੱਚ ਹੋਇਆ, ਜੋ ਰਾਜਸਥਾਨ ਦੇ ਵਿੱਚ ਸਥਿਤ ਆ। ਠੀਕ ਹੈ ਜੀ। ਅੱਜ ਆਪਾਂ ਰਾਜਸਥਾਨ ਦੇ ਜੋ ਭਗਤ ਕਵੀ ਨੇ, ਪਹਿਲਾਂ ਭਗਤ ਪੀਪਾ ਜੀ ਦੀ ਗੱਲ ਕੀਤੀ, ਹੁਣ ਭਗਤ ਧੰਨਾ ਜੀ ਦੀ ਗੱਲ ਕਰ ਰਹੇ ਹਾਂ। ਇਹ ਦੋਵੇਂ ਹੀ ਭਗਤ ਰਾਜਸਥਾਨ ਦੇ ਨੇ। ਤੇ ਭਗਤ ਧੰਨਾ ਜੀ ਜਿਹੜੇ ਨੇ, ਜੇ ਆਪਾਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਉਹ ਜੱਟ ਸੀਗੇ, ਕਿਸਾਨ ਸੀਗੇ। ਪਰ ਹਾਂ, ਆਪਾਂ ਵੈਸੇ ਕਿਸੇ ਵੀ ਜ਼ਾਤ ਦੇ ਵਿੱਚ ਯਕੀਨ ਨਹੀਂ ਰੱਖਣਾ। ਇਹ ਤੁਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵੋ, ਕਿਉਂਕਿ ਮਾਨਸ ਕੀ ਜਾਤ ਸਭ ਹੈ ਏਕ ਪਹਿਚਾਨ ਵੋ, ਇਹ ਗੁਰਬਾਣੀ ਸਾਨੂੰ ਦੱਸਦੀ ਆ। ਤੇ ਭਗਤ ਧੰਨਾ ਜੀ ਦੀ ਬਾਣੀ ਦੀ ਭਾਸ਼ਾ ਬੜੀ ਸਿੱਧੀ ਪੱਧਰੀ ਰੂਪ ਵਾਲੀ ਆ। ਉਹ ਬੜੇ ਸਿੱਧੇ ਸਾਦੇ ਕਿਸਾਨ ਵਾਂਗੂ ਆਪਣੀ ਬੋਲੀ ਜਿਹੜੀ ਆ ਆਪਣੀ ਬਾਣੀ ਦੇ ਵਿੱਚ ਵਰਤਦੇ ਨੇ। ਤੇ ਵਿਦਵਾਨ ਮੈਕਾਲਿਫ ਨੇ ਕਿਹਾ ਸੀਗਾ ਕਿ ਭਗਤ ਧੰਨਾ ਜੀ ਦਾ ਜਨਮ ਜਿਹੜਾ ਆ ਉਹ 1472 ਬਿਕਰਮੀ ਸੰਮਤ ਨੂੰ ਹੋਇਆ। ਇਹ ਵਿਦਵਾਨ ਮੈਕਾਲਿਫ ਨੇ ਕਿਹਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਗਤ ਧੰਨਾ ਜੀ ਦਾ ਜਨਮ ਸਥਾਨ ਜਿਹੜਾ ਆ ਉਹ ਧੁਆਨ ਜਾਂ ਧੁਆਨ ਧੱਦੇ ਔਂਕੜ ਆੜਾ ਨੰਨਾ ਜਾਂ ਧੱਦੇ ਔਂਕੜ ਵਾਵੇ ਕੰਨਾ ਨੰਨਾ ਪਿੰਡ ਵਿੱਚ ਹੋਇਆ। ਤੇ ਇਹ ਪਿੰਡ ਰਾਜਸਥਾਨ ਦੇ ਟਾਂਕ ਇਲਾਕੇ ਦੇ ਵਿੱਚ ਸਥਿਤ ਆ। ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲਵੋ, ਇਹ ਮੈਕਾਲਿਫ ਨੇ ਗੱਲਾਂ ਕਹੀਆਂ ਨੇ ਭਗਤ ਧੰਨਾ ਜੀ ਬਾਰੇ। ਅੱਗੇ ਆਪਾਂ ਤੁਰਦੇ ਹਾਂ। ਭਗਤ ਧੰਨਾ ਸਿੱਧਾ ਸਾਦਾ ਕਿਸਾਨ ਤੇ ਪ੍ਰਭੂ ਭਗਤ ਸੀਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਭਗਤ ਧੰਨਾ ਜੀ ਬੜੇ ਸਧਾਰਨ ਜ਼ਿੰਦਗੀ ਜਿਉਣ ਵਾਲੇ, ਬੜੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਨ ਵਾਲੇ ਸਿੱਧੇ ਸਾਦੇ ਕਵੀ ਸੀਗੇ, ਭਗਤ ਸੀਗੇ। ਭਗਤ ਧੰਨਾ ਜੀ ਨਾਲ ਸੰਬੰਧਿਤ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ। ਉਹਨਾਂ ਵਿੱਚ ਨੋਟ ਕਰੋ ਜੀ, ਦੁੱਧ ਸੰਤਾਂ ਨੂੰ ਪਿਆ ਦੇਣ, ਪਰ ਮਾਂ ਦੇ ਡਰ ਸਾਹਮਣੇ ਸਾਰੇ ਭਾਂਡੇ ਦੁੱਧ ਨਾਲ ਲਬਾਲਬ ਭਰ ਗਏ। ਇੱਕ ਸਾਖੀ ਇਹ ਮੰਨੀ ਜਾਂਦੀ ਆ। ਦੂਜੀ ਸਾਖੀ, ਖੇਤ ਵਿੱਚ ਬੀਜਣ ਵਾਲੀ ਕਣਕ ਦਾ ਬੀਜ ਸਾਧਾਂ ਸੰਤਾਂ ਨੂੰ ਖਵਾ ਦੇਣ ਤੇ ਲਹਿ ਲਹਾਉਂਦੀ ਖੇਤੀ ਹੋਣੀ, ਖੇਤੀ ਫਿਰ ਹਰੀ ਭਰੀ ਹੋਣੀ। ਇਹ ਰੱਬ ਦੀ ਕਰਾਮਾਤ ਦੀ ਸਾਖੀ ਜਿਹੜੀ ਆ ਇਹ ਵੀ ਭਗਤ ਧੰਨਾ ਜੀ ਨਾਲ ਜੋੜੀ ਜਾਂਦੀ ਆ। ਤੇ ਵੱਟੇ ਨੂੰ ਭਗਵਾਨ ਮੰਨ ਕੇ ਕਈ ਦਿਨ ਭੁੱਖੇ ਰਹਿਣ ਤੇ ਭੋਗ ਲਾਉਣ ਵਾਲੀ ਸਾਖੀ ਆਦਿ ਜਿਹੜੀਆਂ ਨੇ ਵੱਖ-ਵੱਖ ਸਾਖੀਆਂ ਭਗਤ ਧੰਨਾ ਜੀ ਦੇ ਨਾਲ ਜੋੜੀਆਂ ਜਾਂਦੀਆਂ ਨੇ, ਉਹਨਾਂ ਦੇ ਜੀਵਨ ਦੇ ਨਾਲ ਜੋੜੀਆਂ ਜਾਂਦੀਆਂ ਨੇ। ਅਗਲਾ ਨੁਕਤਾ ਕਿ ਭਗਤ ਧੰਨਾ ਜੀ ਦਾ ਜ਼ਿਕਰ ਸੰਤ ਨਾਭਾ ਜੀ ਆਪਣੀ ਰਚਨਾ ਭਗਤਮਾਲਾ ਅਤੇ ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ 13ਵੀਂ ਪੌੜੀ ਵਿੱਚ ਵੀ ਕਰਦੇ ਆ। ਵੈਰੀ 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 ਇੰਪੋਰਟੈਂਟ, ਇਸ ਚੀਜ਼ ਨੂੰ ਤੁਸੀਂ ਜ਼ਰੂਰ ਨੋਟ ਕਰਨਾ ਹੈ ਕਿ ਸੰਤ ਨਾਭਾ ਜੀ ਆਪਣੀ ਭਗਤਮਾਲਾ ਵਿੱਚ ਤੇ ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ 13ਵੀਂ ਪੌੜੀ ਦੇ ਵਿੱਚ ਭਗਤ ਧੰਨਾ ਜੀ ਦਾ ਜ਼ਿਕਰ ਕਰਦੇ ਆ। ਜੇ ਆਪਾਂ ਭਗਤ ਧੰਨਾ ਜੀ ਦੇ ਸਮਕਾਲੀ ਹੋਰ ਭਗਤਾਂ ਦਾ ਜ਼ਿਕਰ ਕਰਨਾ ਹੋਵੇ, ਨਾਮ ਜਾਣਨਾ ਹੋਵੇ, ਤਾਂ ਉਹ ਨੇ ਜੀ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ। ਇਹ ਇਹਨਾਂ ਦੇ ਸਮਕਾਲੀ ਭਗਤ ਕਵੀ ਹੋਏ ਆ। ਅਨੰਤ ਦਾਸ ਨੇ ਬੜੀ ਅਹਿਮ ਗੱਲ ਕੀਤੀ ਆ। ਅਨੰਤ ਦਾਸ ਨੇ ਕਿਹਾ ਕਿ ਭਗਤ ਜਾਂ ਸਵਾਮੀ ਰਾਮਾਨੰਦ ਦੇ ਇਹਨਾਂ ਪੰਜ, ਕਿਹੜੇ ਪੰਜ? ਭਗਤ ਰਵਿਦਾਸ, ਭਗਤ ਕਬੀਰ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ ਤੇ ਭਗਤ ਧੰਨਾ ਜੀ, ਇਹਨਾਂ ਪੰਜਾਂ ਮਹਾਨ ਭਗਤ ਕਵੀਆਂ ਬਾਰੇ ਅਨੰਤ ਦਾਸ ਨੇ ਕਿਹਾ ਕਿ ਭਗਤ ਰਾਮਾਨੰਦ ਜੀ ਦੇ ਇਹਨਾਂ ਪੰਜ ਹਰ ਭਗਤਾਂ ਦੀ ਪੰਚਾਇਤ ਦਾ ਆਪਸ ਵਿੱਚ ਖਾਸਾ ਮੇਲ ਜੋਲ ਸੀ। ਮਤਲਬ ਕਿ ਇਹ ਆਪਸ ਵਿੱਚ ਮਿਲਦੇ ਰਹਿੰਦੇ ਸੀ ਤੇ ਪ੍ਰਭੂ ਦੇ ਬਾਰੇ, ਰੱਬ ਦੇ ਬਾਰੇ ਵਿਚਾਰ ਚਰਚਾ ਗੋਸ਼ਟੀਆਂ ਅਕਸਰ ਕਰਦੇ ਰਹਿੰਦੇ ਸੀ। ਵੈਰੀ ਇੰਪੋਰਟੈਂਟ, ਇਹ ਨੁਕਤਾ ਬਹੁਤ ਜਿਹੜਾ ਜ਼ਰੂਰੀ ਆ ਤੁਹਾਨੂੰ ਨੋਟ ਕਰਨਾ। ਅਨੰਤ ਦਾਸ ਵੀ ਕਿਉਂਕਿ ਬੜਾ ਵੱਡਾ ਵਿਦਵਾਨ ਮੰਨਿਆ ਜਾਂਦਾ ਆ। ਅਨੰਤ ਦਾਸ ਵੈਸ਼ਨਵ ਨੇ ਜੋ ਕਿਹਾ, ਅਗਲਾ ਨੁਕਤਾ ਉਹ ਵੀ ਨੋਟ ਕਰੋ ਕਿ ਧੰਨਾ ਭਗਤ ਨੂੰ ਧੁਆਨ ਨਹੀਂ ਸਗੋਂ ਖੀਰਾਪੁਰ ਪਿੰਡ ਦੇ ਵਾਸੀ ਦੱਸਿਆ ਹੈ। ਅਨੰਤ ਦਾਸ ਵੈਸ਼ਨਵ ਨੇ ਧੰਨਾ ਭਗਤ ਨੂੰ ਧੁਆਨ ਨਹੀਂ ਸਗੋਂ ਖੀਰਾਪੁਰ ਪਿੰਡ ਦੇ ਵਾਸੀ ਮੰਨਿਆ ਆ। ਇਹ ਤੁਸੀਂ ਅਨੰਤ ਦਾਸ ਵੈਸ਼ਨਵ ਦਾ ਕਥਨ ਜਿਹੜਾ ਆ ਨੋਟ ਕਰ ਲਿਓ ਕਿ ਇਹ ਉਹਨਾਂ ਨੇ ਕਿਹਾ ਸੀ। ਤੇ ਜੇਕਰ ਆਪਾਂ ਭਗਤ ਧੰਨਾ ਜੀ ਦੇ ਪਿਤਾ ਜੀ ਦਾ ਨਾਮ ਜਾਣਨਾ ਹੋਵੇ ਤਾਂ ਨੋਟ ਕਰੋ, ਪੰਨਾ ਜੀ ਜਾਟ ਭਗਤ ਧੰਨਾ ਜੀ ਦੇ ਪਿਤਾ ਜੀ ਦਾ ਨਾਮ ਮੰਨਿਆ ਜਾਂਦਾ ਆ। ਤੇ ਭਗਤ ਧੰਨਾ ਜੀ ਦੇ ਮਾਤਾ ਜੀ ਦਾ ਨਾਮ ਰੇਵਾ ਜੀ, ਰਾਰੇ ਲਾਮ ਵਾਵੇ ਕੰਨਾ, ਰੇਵਾ ਜੀ ਇਹ
ਮੰਨਿਆ ਜਾਂਦਾ ਆ, ਇਹ ਜ਼ਿਕਰ ਜਿਹੜਾ ਆ ਕੀਤਾ ਜਾਂਦਾ ਆ। ਅੱਗੇ ਤੁਰਦੇ ਹਾਂ। ਭਗਤ ਧੰਨਾ ਜੀ ਦੀ ਬਾਣੀ, ਜੇ ਆਪਾਂ ਪ੍ਰਮਾਣਿਕ ਬਾਣੀ ਦੀ ਗੱਲ ਕਰਦੇ ਹਾਂ ਤਾਂ ਮੱਧਕਾਲ ਦਾ ਇੱਕੋ ਇੱਕ ਧਾਰਮਿਕ ਸੱਭਿਆਚਾਰਕ ਰਾਜਨੀਤਿਕ ਜਿਹੜਾ ਗ੍ਰੰਥ ਆ ਗੁਰੂ ਗ੍ਰੰਥ ਸਾਹਿਬ, ਉਹੀ ਪ੍ਰਮਾਣਿਕ ਗ੍ਰੰਥ ਜਿਹੜਾ ਆ ਸਾਨੂੰ ਮਿਲਦਾ ਆ। ਤੇ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਧੰਨਾ ਜੀ ਦੇ 3 ਸ਼ਬਦ ਸਾਨੂੰ ਮਿਲਦੇ ਆ। ਠੀਕ ਹੈ ਜੀ। ਇਹ ਸ਼ਬਦ ਕਿਹੜੇ ਰਾਗ ਵਿੱਚ, ਕਿੰਨੇ ਅੰਗ ਤੇ ਨੇ, ਨੋਟ ਕਰ ਲਵੋ ਜੀ। ਰਾਗ ਧਨਾਸਰੀ ਦੇ ਵਿੱਚ ਭਗਤ ਧੰਨਾ ਜੀ ਦਾ ਆਰਤਾ ਸ਼ਾਮਲ ਕੀਤਾ ਗਿਆ ਆ, ਅੰਗ 695 ਦੇ ਉੱਪਰ। ਦੇਖੋ ਬਾਕੀ ਸਾਰੇ ਕਵੀਆਂ ਦੀਆਂ ਜਾਂ ਗੁਰੂ ਸਾਹਿਬਾਨਾਂ ਦੀਆਂ ਭਗਤਾਂ ਦੀਆਂ ਆਰਤੀਆਂ ਨੇ, ਭਗਤ ਧੰਨਾ ਜੀ ਇੱਕੋ ਇੱਕ ਇਹੋ ਜਿਹੇ ਭਗਤ ਨੇ ਜਿਨ੍ਹਾਂ ਨੇ ਆਰਤਾ ਲਿਖਿਆ। ਗੋਪਾਲ ਤੇਰਾ ਆਰਤਾ ਬਹੁਤ 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 ਅਹਿਮ, ਬਹੁਤ ਸਿੱਧੀ ਤੇ ਸਾਦੀ ਭਾਸ਼ਾ ਦੇ ਵਿੱਚ। ਤੇ ਰਾਗ ਆਸਾ ਦੇ ਵਿੱਚ ਅੰਗ 487 ਦੇ ਉੱਤੇ ਇੱਕ ਭਗਤ ਜੀ ਦਾ ਸ਼ਬਦ ਸ਼ਾਮਲ ਆ। ਦੂਜਾ ਜਾਂ ਆਪਾਂ ਤੀਜਾ ਸ਼ਬਦ ਕਹਿ ਲਓ, ਰਾਗ ਆਸਾ ਦੇ ਵਿੱਚ ਹੀ 488 ਅੰਗ ਦੇ ਉੱਪਰ ਇਹਨਾਂ ਦਾ ਸ਼ਬਦ ਸਾਨੂੰ ਮਿਲਦਾ ਆ। ਧੰਨੇ ਭਗਤ ਨੇ ਆਰਤਾ ਲਿਖਿਆ ਜਿਸ 'ਚ ਪ੍ਰਭੂ ਤੋਂ ਦਾਨ, ਸੀਦਾ, ਘੀ, ਦੁੱਧ, ਪਨੀਰ, ਅੰਨ, ਲਵੇਰੀ ਗਊ, ਮੱਝ ਅਤੇ ਘਰ ਵਾਲੀ ਮੰਗ ਰਹੇ ਹਨ। ਇਹ ਨੁਕਤਾ ਬੜਾ ਅਹਿਮ ਆ ਕਿ ਉਹ ਡਾਇਰੈਕਟ ਆਪਣੀਆਂ ਲੋੜਾਂ ਨੂੰ ਮੰਗਦੇ ਆ। ਉਹ ਮੁਕਤੀ ਵਗੈਰਾ ਨੂੰ ਮੰਗਣ ਨੂੰ ਬਹੁਤਾ ਤਰਜੀਹ ਨਹੀਂ ਦਿੰਦੇ। ਉਹ ਆਪਣੀ ਜਿਹੜੀ ਸਧਾਰਨ ਜ਼ਿੰਦਗੀ ਆ ਉਹਦੇ ਵਿੱਚ ਜੋ ਚੀਜ਼ਾਂ ਲੋੜੀਂਦੀਆਂ ਨੇ ਉਹਨਾਂ ਵੱਲ ਧਿਆਨ ਦੇ ਕੇ ਰੱਬ ਨੂੰ ਸਿੱਧੀਆਂ ਆਪਣੀਆਂ ਖੁਆਇਸ਼ਾਂ, ਆਪਣੀਆਂ ਲੋੜਾਂ ਤੋਂ ਜਾਣੂ ਕਰਵਾਉਂਦੇ ਆ। ਧੰਨਾ ਭਗਤ ਦੇ ਗੁਆਂਢ ਦੇ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ, ਇਹ ਸਾਖੀ ਆ। ਉਸ ਬ੍ਰਾਹਮਣ ਦਾ ਨਾਮ ਤਰਲੋਚਨ ਸੀ। ਠੀਕ ਹੈ ਜੀ। ਤੇ ਬ੍ਰਾਹਮਣ ਤਰਲੋਚਨ ਤੋਂ ਭਗਤ ਧੰਨਾ ਜੀ ਨੂੰ, ਕਿਉਂਕਿ ਉਹਨਾਂ ਨੂੰ ਰੋਜ਼ ਸੇਵਾ ਕਰਦੇ ਵੇਖਦਾ ਸੀ ਠਾਕੁਰ ਦੀ, ਤੇ ਭਗਤ ਧੰਨਾ ਜੀ ਦਾ ਮਨ ਕੀਤਾ। ਬਚਪਨ ਦੇ ਵਿੱਚ ਉਹਨਾਂ ਨੇ ਉਸ ਤਰਲੋਚਨ ਬ੍ਰਾਹਮਣ ਨੂੰ ਜਦੋਂ ਭਗਵਾਨ ਦੀ ਜਾਂ ਠਾਕੁਰ ਦੀ ਆਰਤੀ ਜਾਂ ਉਹਨੂੰ ਭੋਗ ਲਵਾਉਂਦਿਆਂ ਜਾਂ ਸਜਦਾ ਕਰਦਿਆਂ ਵੇਖਿਆ ਤਾਂ ਭਗਤ ਧੰਨਾ ਜੀ ਨੇ ਇੱਕ ਉਹ ਠਾਕੁਰ ਉਸ ਬ੍ਰਾਹਮਣ ਤਰਲੋਚਨ ਦੇ ਕੋਲੋਂ ਮੰਗ ਲਿਆ। ਤੇ ਉਹਨਾਂ ਨੇ ਵੈਸੇ ਹੀ ਇੱਕ ਪੱਥਰ ਚੱਕ ਕੇ ਕਹਿੰਦੇ ਨੇ ਕਿ ਭਗਤ ਧੰਨਾ ਜੀ ਨੂੰ ਦੇ ਦਿੱਤਾ। ਉਹ ਕਹਿੰਦਾ ਕਿ ਲਓ ਜੀ, ਕੱਪੜੇ ਦੇ ਵਿੱਚ ਲਪੇਟ ਕੇ ਦੇ ਦਿੱਤਾ ਕਿ ਇਹਨੂੰ ਤੁਸੀਂ ਭੋਗ ਲਵਾਇਆ ਕਰੋ, ਇਹਦੀ ਪੂਜਾ ਕਰਿਆ ਕਰੋ। ਭਗਤ ਧੰਨਾ ਜੀ ਬੜੇ ਸ਼ਰਧਾਮਈ ਇਨਸਾਨ ਸੀ। ਉਹਨਾਂ ਦੀ ਸ਼ਰਧਾ ਇੰਨੀ ਸੀ ਕਿ ਉਹਨਾਂ ਨੇ ਆਪਣੇ ਘਰ ਵਿੱਚ ਲੈ ਗਏ ਤੇ ਲਿਜਾ ਕੇ ਇਸ਼ਨਾਨ ਕਰਵਾ ਕੇ ਸਜਾ ਦਿੱਤਾ। ਤੇ ਉਹਨਾਂ ਨੇ ਉਸ ਪੱਥਰ ਨੂੰ ਭਗਵਾਨ ਜਾਣ ਕੇ ਪਹਿਲਾਂ ਭੋਗ ਲਵਾਉਣ ਦੀ ਗੱਲ ਕੀਤੀ। ਜਦੋਂ ਉਹਨਾਂ ਨੇ ਭੋਗ ਨਹੀਂ ਲਗਾਇਆ, ਭੋਗ ਨਾ ਲੱਗਣ ਕਰਕੇ ਭਗਤ ਧੰਨਾ ਜੀ ਕਹਿੰਦੇ ਕਿ ਮੈਂ ਵੀ ਤਾਂ ਆਪਣੇ ਮਾਪਿਆਂ ਨਾਲ ਗੁੱਸੇ ਹੁੰਦਾ ਹੀ ਆ, ਤੇ ਇਹ ਮੇਰਾ ਰੱਬ ਵਾ, ਪ੍ਰਭੂ ਆ, ਮੇਰੇ ਮਾਪੇ ਆ ਵਾਂਗ ਵਾ, ਤੇ ਇਹ ਮੇਰੇ ਨਾਲ ਗੁੱਸੇ ਵੀ ਹੋ ਸਕਦੇ ਨੇ, ਮੇਰੇ ਮਾਪੇ ਵੀ ਤਾਂ ਮੇਰੇ ਨਾਲ ਗੁੱਸੇ ਹੋ ਜਾਂਦੇ ਨੇ, ਮੈਂ ਵੀ ਤਾਂ ਗੁੱਸੇ ਹੋ ਜਾਂਦਾ ਆ। ਇਸ ਕਰਕੇ ਉਹਨਾਂ ਨੇ ਕਰੀਬ ਮੰਨਿਆ ਜਾਂਦਾ ਕਿ 5 ਦਿਨ ਜਦ ਤੱਕ ਭਗਵਾਨ ਨੇ ਉਸ ਲੰਗਰ ਨੂੰ ਭੋਗ ਨਹੀਂ ਲਾਇਆ ਤਦ ਤੱਕ ਕੁਛ ਨਹੀਂ ਖਾਧਾ। ਫਿਰ ਆਖਰ ਨੂੰ ਆਪਣੇ ਭਗਤ ਨੂੰ, ਇਸ ਭਗਤੀ ਨੂੰ ਵੇਖ ਕੇ ਭਗਵਾਨ ਪ੍ਰਗਟ ਹੋਏ, ਉਹਨਾਂ ਨੇ ਭੋਗ ਲਾਇਆ ਤੇ ਫਿਰ ਭਗਤ ਧੰਨਾ ਜੀ ਨੇ ਵੀ ਉਹ ਪ੍ਰਸ਼ਾਦਾ ਛਕਿਆ। ਇਸ ਤਰ੍ਹਾਂ ਭਗਤ ਧੰਨਾ ਜੀ ਨੇ ਪਰਮਾਤਮਾ ਨੂੰ ਹਾਸਲ ਕਰ ਲਿਆ। ਇਹ ਸਾਖੀ ਜਿਹੜੀ ਆ ਵੱਖ-ਵੱਖ ਥਾਵਾਂ 'ਤੇ ਪ੍ਰਚਲਿਤ ਆ, ਮੰਨੀ ਜਾਂਦੀ ਆ। ਵੈਸੇ ਇਹ ਆਪਾਂ ਸਾਖੀਆਂ ਬਾਰੇ ਗੱਲ ਤੁਸੀਂ ਜਾਣਦੇ ਹੋ ਕਿ ਫੁੱਟਗਲ ਲੈਕਚਰਾਂ ਦੇ ਵਿੱਚ ਆਪਾਂ ਕਰਾਂਗੇ। ਤੇ ਗੁਰੂ ਅਰਜਨ ਦੇਵ ਜੀ ਲਿਖਦੇ ਆ ਕਿ ਧੰਨੇ ਸੇਵਿਆ ਬਾਲ ਬੁੱਧ, ਤਿਰਲੋਚਨ ਗੁਰਮਿਲ ਭਈ ਸੁਧ। ਇਹ ਗੁਰੂ ਅਰਜਨ ਦੇਵ ਜੀ 5ਵੇਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਦੇ ਨੇ, ਜਿਹਦੀ ਆਪਾਂ ਸਾਖੀ ਦੀ ਗੱਲ ਕੀਤੀ ਆ। ਉਸ ਆਧਾਰ ਦੇ ਨਾਲ ਇਹ ਜਿਹੜੀ ਉਹਨਾਂ ਦੀਆਂ ਤੁਕਾਂ ਨੇ ਜੁੜਦੀਆਂ ਨੇ। ਤੇ ਚੜ੍ਹਦੀ ਕਲਾ ਵਿੱਚ ਰਹੋ। ਆਪਾਂ ਲੈਕਚਰ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਆਖਰ ਦੇ ਉੱਤੇ ਰਣਜੀਤ ਦੀ ਆਵਾਜ਼ ਦੇ ਵਿੱਚ ਆਪਾਂ ਭਗਤ ਧੰਨਾ ਜੀ ਦੇ ਸ਼ਬਦ ਵੀ ਸੁਣਨੇ ਨੇ। ਤੇ ਭਾਈ ਗੁਰਦਾਸ ਨੇ ਵੀ ਉਕਤ ਪ੍ਰਸੰਗ ਨੂੰ ਆਪਣੀ ਵਾਰ ਦਾ ਹਿੱਸਾ ਬਣਾਇਆ ਆ। ਇਹ ਨੋਟ ਕਰ ਲਿਓ ਕਿ ਉਹਨਾਂ ਨੇ ਵੀ ਇਸ ਸਾਖੀ ਨੂੰ ਆਪਣੀ ਵਾਰ ਦੇ ਵਿੱਚ ਸ਼ਾਮਲ ਕਰਕੇ ਜ਼ਿਕਰ ਕੀਤਾ ਆ। ਇਸੇ ਤਰ੍ਹਾਂ ਹੀ ਭਗਤ ਨਾਭਾ ਜੀ ਨੇ ਵੀ ਭਗਤ ਧੰਨਾ ਜੀ ਨੂੰ ਆਪਣੀ ਰਚਨਾ ਵਿੱਚ ਥਾਂ ਦਿੱਤੀ ਆ। ਭਗਤ ਧੰਨਾ ਜੀ ਦਾ ਜ਼ਿਕਰ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਬਾਖੂਬੀ ਕੀਤਾ ਆ। ਤੇ ਪਿਆਰੇ ਦੋਸਤੋ, ਮੈਨੂੰ ਲੱਗਦਾ ਹੈ ਕਿ ਕੁਝ ਲੈਕਚਰ ਛੋਟੇ ਹੁੰਦੇ ਆ
ਉਹਦਾ ਕਾਰਨ ਹੈ ਕਿ ਬਹੁਤ ਘੱਟ ਜਿਹੜੀ ਜਾਣਕਾਰੀ ਸਾਨੂੰ ਭਗਤ ਸਾਹਿਬਾਨਾਂ ਬਾਰੇ ਮਿਲਦੀ ਆ। ਤੇ ਹਾਂ, ਇਹ ਜ਼ਰੂਰ ਆ ਕਿ ਜਿੰਨੀ ਮਿਲਦੀ ਆ, ਜਿੰਨੀ ਰੈਲੇਵੈਂਟ ਆ, ਉਹ ਮੈਂ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਕੇ, ਜਿੱਥੇ ਮੈਨੂੰ ਖੁਸ਼ੀ ਹੁੰਦੀ ਆ ਉੱਥੇ ਸਕੂਨ ਵੀ ਮਿਲਦਾ ਆ ਕਿ ਤੁਸੀਂ ਸਾਰੇ ਜਾਣੇ ਬਹੁਤ ਰੈਲੇਵੈਂਟ ਤੇ ਬਹੁਤ ਲੋੜੀਂਦੀ ਜਾਣਕਾਰੀ ਇੱਥੋਂ ਪ੍ਰਾਪਤ ਕਰਦੇ ਹੋ। ਚੜ੍ਹਦੀ ਕਲਾ ਵਿੱਚ ਰਹੋ, ਲੈਕਚਰ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਹੋਰ ਵੀ ਸਮਾਜ ਨੂੰ ਇਹਨਾਂ ਚੀਜ਼ਾਂ ਦਾ, ਇਸ ਗਿਆਨ ਦਾ, ਇਸ ਜਾਣਕਾਰੀ ਦਾ ਲਾਹਾ ਮਿਲ ਸਕੇ। ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਰਾਗ ਧਨਾਸਰੀ। ਸ਼ਬਦ ਭਗਤ ਧੰਨਾ ਜੀ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨ ਕੇ ਕਾਜ ਸਵਾਰਤਾ ਰਹਾਓ। दाल सीधा मागो कियो, हमरा खुशी करे नित जियो, पनिया छादन नीका, अनाज मगो सतसी का। गऊ पैस मगो लावेरी, एक ताजन तुरी चंगेरी, कर की गेहन चंगी, जन तन्ना लेवे मंगी। गऊ पैस मगो लावेरी, एक ताजन तुरी चंगेरी, कर की गेहन चंगी, जन तन्ना लेवै मंगी। आसा बाणी भगत धन्ने जी की, एक ओंकार सतगुर प्रसाद। भ्रमत फिरत बहु जन्म बेलाने, तन मन धन नहीं तीरे, लालच बिख काम लुभ दिराता, मन बिसरे प्रभ हीरे रहाओ। बिख फल मीठ लगे मन बोरे, चार बेचार न जानिया, गुण ते प्रीत बड़ी अनभांति, जन्म मरण फिर तानिया। जुगत जान नहीं हृदय निवासी, जलत जाल जम फंद परे, बिख फल संच परे मन ऐसे, परम पुरख प्रभ मन बिसरे। ज्ञान प्रवेश गुर है तन दिया, ध्यान मान मन एक मय, प्रेम भगत मानी सुख जानिया, तृप्त अगाने मुक्त पए। जोत समाए समानी जाकै, अछली प्रभ पहचानिया, तन्ने तन पाया तरनी तर, मिल जन संत समानिया। जोत समाए समानी जाकै, अछली प्रभ पहचानिया, तन्ने तन पाया तरनी तर, मिल जन संत समानिया। राग आसा। रे चित चेतस की ना दयाल दमोदर, बिब है न जानस कोई, जेता वह ब्रह्मंड खंड को करता करे सो होई रहाओ। जननी के रे उदर उदक, मैं पिंड किया 10 द्वारा, दे आहार अगन में राखे, ऐसा कसम हमारा। कुम्मी जल माही तन तिस बाहर, पंख खीर तिन नाही, पूर्ण परमानंद मनोहर, समझ देख मन माही। पाखण कीट गुप्त होए रहता, ताचो मार्ग नाही, कह तन्ना पूर्ण ताहू को, मत रे जी डराही। पाखण कीट गुप्त होए रहता, ताचो मार्ग नाही, कह तन्ना पूर्ण ताहू को, मत रे जी डराही।